दोस्तों मैं ਪ੍ਰਿਤਪਾਲ ਸਿੰਘ मैं हमेशा ही जिवें ਤੁਹਾਡੇ ਨਾਲ हर बार रूबरू ਹੁੰਨਾ ਜਦੋਂ ਕੋਈ ਨਵੀਂ ਇੱਕ ਜਾਣਕਾਰੀ ਲੈ ਕੇ ਹੁੰਨਾ ਤਾਂ ਅੱਜ ਦਾ ਸਾਡਾ ਵਿਸ਼ਾ ਹੈ ਕਿ ਪੰਜਾਬ ਦੇ ਵਿੱਚ ਪੈਸਟੀਸਾਈਡਸ ਨੇ ਕਿਵੇਂ ਘਾਣ ਕੀਤਾ ਸਪਰੇਆਂ ਨੇ ਕੀਟਨਾਸ਼ਕਾਂ ਨੇ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਦਾ ਕਿਵੇਂ ਨੁਕਸਾਨ ਕੀਤਾ। ਦੋਸਤੋ ਉਸ ਤੋਂ ਸਭ ਤੋਂ ਪਹਿਲਾ ਜਿਹੜਾ ਟੌਪਿਕ ਹੈ ਜਿਹੜਾ ਤੁਹਾਨੂੰ ਜਾਣਦੇ ਹੋਵੋਗੇ ਬੜੇ ਆਸਾਨੀ ਨਾਲ ਇਸ ਸਾਲਟ ਦਾ ਨਾਂ ਇਸ ਪੈਸਟੀਸਾਈਡ ਦਾ ਨਾਂ ਤੁਸੀਂ ਜਾਣਦੇ ਹੋਵੋਗੇ ਐਂਡੋਸਲਫਾਨ। ਐਂਡੋਸਲਫਾਨ ਨੂੰ ਅੱਜ ਸਰਫੇਸ ਕਰਕੇ ਲੈ ਜਾਂਦਾ ਕਿ ਐਂਡੋਸਲਫਾਨ ਪੈਸਟੀਸਾਈਡ ਸੀਗੀ ਕੋਈ ਉਹ ਸੁੰਡੀ ਮਾਰਨ ਵਾਸਤੇ ਇਸਤੇਮਾਲ ਕੀਤੀ ਜਾਂਦੀ ਸੀ ਉਹ ਹੁਣ ਬੈਨ ਹੋ ਗਈ। ਹੁਣ ਕਿਉਂ ਬੈਨ ਹੋ ਗਈ ਕਿਵੇਂ ਬੈਨ ਹੋਈ ਇਹ ਹਜੇ ਤੱਕ ਕਿਸੇ ਨੂੰ ਨਹੀਂ ਪਤਾ। ਤਾਂ ਦੋਸਤੋ ਇਹਦੇ ਬਾਰੇ ਇਤਿਹਾਸ ਬਾਰੇ ਅਸੀਂ ਥੋੜ੍ਹਾ ਜਾਣ ਲਈਏ। ਇਹ ਪੈਸਟੀਸਾਈਡ 1950 ਦੇ ਵਿੱਚ ਜਿਹੜੀ 1954 ਦੇ ਵਿੱਚ ਇਸ ਦੀ ਫਾਰਮੇਸ਼ਨ ਹੋਈ ਇਹ ਬਣੀ 1960-80 ਤੋਂ ਲੈ ਕੇ 90 ਦੇ ਦਹਾਕੇ ਦੇ ਵਿੱਚ ਇਸ ਨੂੰ ਲੋਕਾਂ ਨੇ ਵਰਤਣਾ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਜਿਹੜੀ ਪੈਸਟੀਸਾਈਡ ਸੀ ਜਿਹੜੀ ਐਂਡੋਸਲਫਾਨ ਪੈਸਟੀਸਾਈਡ ਸੀ ਇਹ ਕੇਰਲਾ ਦੇ ਵਿੱਚ ਵਰਤੀ ਗਈ। ਕੇਰਲਾ 'ਚ ਕੈਸ਼ੂ ਜਿਹੜੇ ਸੀਗੇ ਕਾਜੂ ਹੁੰਦੇ ਆ ਕਾਜੂਆਂ ਦੇ ਜਾਂ ਚਾਹ ਪੱਤੀ ਦੇ ਜਿਹੜੇ ਬਾਗ ਸੀਗੇ ਉੱਥੇ ਇਸ ਦਾ ਇਸਤੇਮਾਲ ਕੀਤਾ ਜਾਂਦਾ ਸੀ ਐਜ਼ ਅ ਪੈਸਟੀਸਾਈਡਸ ਕਿਉਂਕਿ ਬਹੁਤ ਸਾਰੇ ਉੱਥੇ ਫਰੂਟਸ ਤੇ ਪੈਸਟ ਜਿਹੜੇ ਸੀ ਚਾਹ ਦੇ ਪੱਤੀ ਬਾਗ ਸੀ ਉਹਨਾਂ 'ਤੇ ਇਹਦਾ ਅਟੈਕ ਹੁੰਦਾ ਸੀ ਅਤੇ ਉਸ ਨੂੰ ਐਂਡੋਸਲਫਾਨ ਵਾਸਤੇ ਵਰਤਿਆ ਜਾਂਦਾ ਸੀ। ਐਂਡੋਸਲਫਾਨ ਬਹੁਤ ਹੀ ਖਤਰਨਾਕ ਜਿਹੜਾ ਸੀ ਕੈਮੀਕਲ ਸੀ। ਇਹਦੇ ਵਾਸਤੇ ਇਹ ਰਿਕਮੈਂਡੇਸ਼ਨ ਜ਼ਰੂਰੀ ਸੀਗੀ ਕਿ ਤੁਸੀਂ ਜਦੋਂ ਵੀ ਤੁਸੀਂ ਇਹ ਸਪਰੇਅ ਕਰਨੀ ਹੈ ਤਾਂ ਘੱਟੋ ਘੱਟ ਵੀ ਇਹ ਧਰਤੀ ਤੋਂ 3 ਮੀਟਰ ਉੱਪਰ ਇਹਦਾ ਸਾਈਜ਼ ਹੋਣਾ ਚਾਹੀਦਾ ਔਰ ਇਹ ਏਰੀਅਲ ਸਪਰੇਅ ਹੋਣੀ ਚਾਹੀਦੀ ਹੈ। ਇਹ ਸਪਰੇਅ ਜਿਹੜੀ ਜਹਾਜ਼ਾਂ ਦੇ ਨਾਲ ਜਾਂ ਕਿਸੇ ਇਸ ਤਰ੍ਹਾਂ ਦੇ ਡਰੋਨਸ ਨਾਲ ਕੀਤੀ ਜਾਣੀ ਚਾਹੀਦੀ ਹੈ ਔਰ ਇਹਦੇ ਵਿੱਚ ਆਦਮੀ ਦਾ ਟੱਚ ਬਿਲਕੁਲ ਨਹੀਂ ਹੋਣਾ ਚਾਹੀਦਾ। ਉਸ ਫਾਰਮ ਦੇ ਵਿੱਚ 15 ਦਿਨਾਂ ਤੱਕ ਕੋਈ ਵੀ ਅੰਦਰ ਨਹੀਂ ਜਾਣਾ ਚਾਹੀਦਾ। ਇਹ ਵਾਸਤੇ ਰਿਕਮੈਂਡੇਸ਼ਨ ਸੀ ਪਰ ਭਾਰਤ ਦੇ ਵਿੱਚ ਜਦੋਂ ਇਸ ਨੂੰ ਲਾਂਚ ਕੀਤੀ ਗਈ ਇੱਥੋਂ ਦੇ ਖੇਤੀਬਾੜੀ ਮਾਹਰਾਂ ਦੁਆਰਾ ਇੱਥੋਂ ਦੇ ਬਿਊਰੋਕਰੇਟਸ ਦੁਆਰਾ ਇੱਥੋਂ ਦੀ ਜੋ ਵੀ ਜਿਹੜੀ ਸਾਇੰਟਿਸਟ ਦੁਆਰਾ ਇਹਨਾਂ ਨੇ ਕਿਸੇ ਬਾਰੇ ਇਸ ਖਤਰੇ ਬਾਰੇ ਅਵੇਅਰ ਨਹੀਂ ਕੀਤਾ। ਆਮ ਲੋਕਾਂ ਨੂੰ ਇਹ ਦੱਸਿਆ ਗਿਆ ਕਿ ਇਹ ਖਤਰਨਾਕ ਨਹੀਂ ਹੈ ਸਿਰਫ ਸੁੰਡੀ ਨੂੰ ਮਾਰਦੀ ਹੈ ਆਦਮੀ ਨੂੰ ਨਹੀਂ ਮਾਰ ਸਕਦੀ। ਫਿਰ ਇਹ ਵੀ ਇੱਕ ਬੜਾ ਲੌਜਿਕ ਦਿੱਤਾ ਕਿ ਬਾਅਦ ਸੁੰਡੀ ਵੀ ਮਰਨੋਂ ਜਦੋਂ ਬੰਦ ਹੋ ਗਈ ਉਦੋਂ ਕਿਹਾ ਗਿਆ ਜੇ ਸੁੰਡੀ ਨਹੀਂ ਮਾਰ ਸਕੀ ਬੰਦੇ ਨੂੰ ਕਿੱਥੋਂ ਮਾਰ ਦੂਗੀ। ਤਾਂ ਇਹ ਆਮ ਫਾਰਮਰ ਸੀ ਜਿਹੜਾ ਇਸ ਦਾ ਉਹ ਮਜ਼ਾਕ ਉਠਾਉਂਦੇ ਸੀ। ਤਾਂ 1990 ਦੇ ਵਿੱਚ ਜਾਂਦੇ ਜਾਂਦੇ ਜਦੋਂ ਕੇਰਲਾ ਬਹੁਤ ਹੀ ਐਡਵਾਂਸ ਸਟੇਟ ਸੀ ਉੱਥੇ ਲੋਕਾਂ ਨੇ ਨੋਟਿਸ ਕੀਤਾ ਕਿ ਭਾਈ ਇੱਥੇ ਤਾਂ ਜਿਹੜੇ ਬੱਚੇ ਜਿਹੜੇ ਆ ਪਿੰਡਾਂ 'ਚ ਬੱਚੇ ਜਿਹੜੇ ਇੱਕ ਪਿੰਡ 'ਚ 10-10 ਬੱਚੇ ਮੈਂਟਲ ਹੋ ਰਹੇ ਆ ਫਿਜ਼ੀਕਲ ਡਿਫਾਰਮਿਟੀਜ਼ ਹੋ ਰਹੀਆਂ ਹੈਗੀਆਂ ਮਿਰਗੀ ਦੇ ਦੌਰੇ ਪੈ ਰਹੇ ਆ ਵੱਡੇ ਸਿਰਾਂ ਵਾਲੇ ਬੱਚੇ ਪੈਦਾ ਹੋ ਰਹੇ ਹੈਗੇ ਆ ਲੇਡੀਜ਼ ਔਰਤਾਂ ਜਿਹੜੇ ਹੈਗੇ ਆ ਉਹਨਾਂ 'ਚ ਵੀ ਜਿਹੜੀਆਂ ਸਮੱਸਿਆ ਆਉਂਦੀਆਂ ਜਾ ਰਹੀਆਂ ਹੈਗੀਆਂ ਔਰ ਇਹ ਸਮੱਸਿਆ ਜਦੋਂ ਉਹਨਾਂ ਨੇ ਚੰਗੀ ਤਰ੍ਹਾਂ ਉੱਥੋਂ ਦੇ ਜਿਹੜੇ ਹੈਲਥ ਗਰੁੱਪ ਸੀਗੇ ਹੈਲਥ ਐਂਡ ਐਨਵਾਇਰਨਮੈਂਟ ਐਕਸ਼ਨ ਗਰੁੱਪ ਸੀ ਉਹਨਾਂ ਨੇ ਇਸ ਨੂੰ ਚੰਗੀ ਤਰ੍ਹਾਂ ਇਸ ਨੂੰ ਜਾਣਿਆ। ਐਂਡ 2001 ਦੇ ਵਿੱਚ ਅਲਟੀਮੇਟਲੀ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ ਇੱਕ ਏਜੰਸੀ ਹੈ ਦਿੱਲੀ ਦੀ NGO ਹੈ ਤਾਂ ਉਸ ਨੇ ਇੱਕ ਟੈਸਟ ਕੰਡਕਟ ਕੀਤੇ 2001 ਇੱਕ ਸਟੱਡੀ ਕੰਡਕਟ ਕੀਤੀ ਜਿਸ 'ਚ ਉਹਨੇ ਦੱਸਿਆ ਕਿ ਇਹ ਪੈਸਟੀਸਾਈਡ ਜਿਹੜੀ ਹੈਗੀ ਆ ਇਹ ਮਨੁੱਖੀ ਸਰੀਰਾਂ 'ਚ ਲੋੜ ਤੋਂ ਕਿਤੇ ਜ਼ਿਆਦਾ ਮਾਤਰਾ 'ਚ ਇਹ ਪਹੁੰਚ ਚੁੱਕੀ ਹੈ। ਕੇਰਲਾ ਗੌਰਮੈਂਟ ਨੇ ਇਹਦੇ ਉੱਤੇ ਐਕਸ਼ਨ ਲੈਂਦਿਆਂ ਹੋਇਆਂ 2005 ਤੱਕ ਇਸ ਨੂੰ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਗਿਆ ਪਰ ਅਦਰ ਸਟੇਟਸ ਜਿਹੜੀਆਂ ਉਹ ਇਤੀ ਵਰਤ ਰਹੀਆਂ ਸੀ। ਤੁਸੀਂ ਜਾਣਦੇ ਹੀ ਹੋ ਕਿ ਪੰਜਾਬ ਦੇ ਵਿੱਚ 2016 ਤੱਕ ਵੀ ਇਸ ਸਪਰੇਅ ਨੂੰ ਵਰਤਿਆ ਗਿਆ ਲੁਕਵੇਂ ਰੂਪ ਦੇ ਵਿੱਚ ਕਿਵੇਂ ਵੀ ਲੇਕਿਨ ਅਦਰ ਸਟੇਟਸ ਵਿੱਚ ਕੋਈ ਇਸ ਤਰ੍ਹਾਂ ਦੀ ਰੂਲਿੰਗ ਨਹੀਂ ਆਈ। ਜਦੋਂ ਅਲਟੀਮੇਟਲੀ ਸਟਾਕਹੋਮ ਦੇ ਵਿੱਚ ਜਿਹੜੀ ਸੀਗੀ ਉਹ ਪਰਸਿਸਟੈਂਟ ਆਰਗੈਨਿਕ ਪੋਲੂਟੈਂਟਸ ਨਾਂ ਦੇ ਉੱਤੇ ਇੱਕ ਕਾਨਫਰੰਸ ਹੋਈ ਸਟਾਕਹੋਮ ਦੇ ਵਿੱਚ ਉਹਦੇ ਵਿੱਚ ਇਹ ਪਾਇਆ ਗਿਆ ਕਿ ਉੱਥੇ ਸਾਇੰਟਿਸਟਾਂ ਨੇ ਐਕਸਪਲੇਨ ਕੀਤਾ ਕਿ ਕਿਵੇਂ ਮਨੁੱਖੀ ਸਰੀਰਾਂ ਜਾਂ ਆਉਣ ਵਾਲੀ ਪੀੜ੍ਹੀ ਨੂੰ ਥੋੜ੍ਹੀ ਨੂੰ ਖਤਮ ਕਰੇਗੀ। ਉਸ ਨੂੰ ਦੇਖਦਿਆਂ ਸੁਪਰੀਮ ਕੋਰਟ ਨੇ ਇੱਕ ਰੂਲਿੰਗ ਪਾਸ ਕੀਤੀ ਉਹ 2011 ਦੇ ਵਿੱਚ ਉਹਨਾਂ ਨੇ ਕਿਹਾ ਕਿ ਐਂਡੋਸਲਫਾਨ ਜਿਹੜੀ ਹੈ ਉਹ ਪੂਰੀ ਇੰਡੀਆ ਦੇ ਵਿੱਚੋਂ ਬੈਨ ਕੀਤੀ ਜਾਣੀ ਚਾਹੀਦੀ ਹੈ। ਔਰ ਇਸ ਤੋਂ ਇਲਾਵਾ ਕੇਰਲਾ ਸਰਕਾਰ ਨੂੰ ਕਿਹਾ ਕਿ ਭਾਈ ਇਸ ਨੂੰ ਰਿਲੀਫ ਐਂਡ ਰੀਮੈਡੀਸ਼ਨ ਪ੍ਰੋਗਰਾਮ ਵੀ ਦਿਓ ਕਿ ਜਿਹੜੀ ਸੁਪਰੀਮ ਕੋਰਟ ਨੇ ਕਿਹਾ ਕਿ ਕੇਰਲਾ ਗੌਰਮੈਂਟ ਜਿਹੜੀ ਹੈਗੀ ਆ ਉਹ 500 ਕਰੋੜ ਰੁਪਇਆ 5000 ਵਿਕਟਮ ਜਿਹੜੇ CSC ਇੰਡੀਆ ਨੇ ਫਿਗਰ ਆਊਟ ਕੀਤੇ ਸੀ 5000 ਬੰਦਿਆਂ ਨੂੰ 500 ਕਰੋੜ ਰੁਪਏ ਦਾ ਉਹ ਸੀ ਜਿਹੜਾ ਰਿਲੀਫ ਜਿਹੜਾ ਪ੍ਰੋਗਰਾਮ ਦਿੱਤਾ ਜਾਵੇ। ਉਹਨਾਂ ਨੂੰ ਉੱਥੇ ਗ੍ਰਾਂਟਸ ਉਹਨਾਂ ਨੂੰ ਫੰਡਸ ਮਿਲੇ ਉਹਨਾਂ ਨੂੰ ਰੀਹੈਬਲੀਟੇਸ਼ਨ ਪ੍ਰੋਗਰਾਮ ਮਿਲੇ ਉਹਨਾਂ ਜਿਹੜੇ ਬੱਚੇ ਸੀ ਜਿਹੜੇ ਡਿਫਾਰਮ ਹੋਏ ਸੀ ਉਹਨਾਂ ਨੂੰ ਔਰਫਨ ਜਾਂ ਰੀਹੈਬਲੀਟੇਸ਼ਨ ਸੈਂਟਰ ਵਿੱਚ ਭੇਜਿਆ ਗਿਆ ਉਹਨਾਂ ਦੇ ਖਰਚੇ ਉਠਾਏ ਗਏ ਉਹਨਾਂ ਦੀ ਪੈਨਸ਼ਨਸ ਦਿੱਤੀਆਂ ਗਈਆਂ ਬਹੁਤ ਸਾਰੇ ਖਰਚੇ ਕੇਰਲਾ ਸਰਕਾਰ ਨੇ ਉੱਥੇ ਉਸ ਦਾ ਉਠਾਇਆ। ਪਰ ਪੰਜਾਬ ਅਤੇ ਹਰਿਆਣਾ ਦੇ ਵਿੱਚ
ਜਿੱਥੇ ਪੰਜਾਬ ਤੇ ਹਰਿਆਣਾ ਇੱਕ ਦੋ ਸਟੇਟਾਂ ਇਸ ਤਰ੍ਹਾਂ ਦੀਆਂ ਹੈਗੀਆਂ, ਜੇ ਕਾਟਨ ਨਾ ਉਗਾਉਣ ਤਾਂ ਪੰਜਾਬ ਦੇ ਭਾਰਤ ਦੇ ਵਿੱਚ ਕੱਪੜੇ ਦੀ ਸ਼ਾਰਟੇਜ ਪੈ ਜਾਏ, ਕਿਉਂਕਿ ਪੂਰੇ ਭਾਰਤ ਦਾ ਜਿਹੜਾ ਤਨ ਢਕਣ ਦਾ ਜਿਹੜਾ ਕਹਿ ਸਕਦੇ ਹਾਂ ਕਿ ਠੇਕਾ ਜਿਹੜਾ ਹੈਗਾ ਪੰਜਾਬ ਤੇ ਹਰਿਆਣਾ ਦੇ ਕਾਟਨ ਫਾਰਮਰਸ ਦੇ ਕੋਲੇ ਹੈ। ਤੁਸੀਂ ਹੈਰਾਨ ਹੋਵੋਗੇ ਕਿ 90 ਤੋਂ ਬਾਅਦ 90 ਤੋਂ ਲੈ ਕੇ 2012 ਤੱਕ ਵੀ ਨਰਮੇ ਦੀ ਫਸਲ ਜਿਹੜੀ ਉਜੜਦੀ ਰਹੀ ਹੈ, ਲੇਕਿਨ ਕੰਟੀਨਿਊਸ ਇੱਥੋਂ ਦੇ ਖੇਤੀਬਾੜੀ ਮਾਹਰਾਂ ਨੇ ਉਹਨਾਂ ਨੂੰ ਕੋਈ ਹੋਰ ਬਦਲਵਾਂ ਪ੍ਰੋਗਰਾਮ ਦੇਣ ਦੀ ਬਜਾਏ ਇਸੇ ਖੇਤੀ ਨੂੰ ਵਾਰੀ-ਵਾਰੀ ਅਲੱਗ-ਅਲੱਗ ਤਰੀਕੇ ਅਪਣਾ ਕੇ ਇਹਨਾਂ ਨੂੰ ਇਹ ਖੇਤੀ ਉਗਾਉਣ ਲਈ ਪ੍ਰਵੋਕ ਕੀਤਾ। ਇੱਕ ਦੋ ਕਾਰਨ ਸੀ ਇਹਦੇ ਵਿੱਚ। ਇੱਕ ਤਾਂ ਟੈਕਸਟਾਈਲ ਇੰਡਸਟਰੀ ਨੂੰ ਜਿਉਂਦਾ ਰੱਖਣਾ ਸੀ। ਟੈਕਸਟਾਈਲ ਇੰਡਸਟਰੀ ਜਿਹੜੀ ਕਿ ਪੰਜਾਬ ਦੀ ਹਿੱਕ ਤੇ ਬੈਠੀ ਹੈ, ਪੰਜਾਬ ਨੂੰ ਬਰਬਾਦ ਕਰ ਰਹੀ ਹੈ, ਪੰਜਾਬ ਦੇ ਪਾਣੀ ਬਰਬਾਦ ਕਰ ਰਹੀ ਹੈ, ਪੰਜਾਬ ਦੇ ਪਾਣੀ ਨੂੰ ਪੋਲਿਊਟ ਕਰ ਰਹੀ ਹੈ, ਐਂਡ ਇਹ ਸਭ ਤੋਂ ਕਹਿ ਸਕਦੇ ਹਾਂ ਕਿ ਦੁਨੀਆ ਦੀ ਸਭ ਤੋਂ ਡਰਟੀ, ਥਰਸਟੀ ਐਂਡ ਜਿਹੜੀ ਬੈਡ ਇੰਡਸਟਰੀ ਦੇ ਰੂਪ ਵਿੱਚ ਇਸ ਨੂੰ ਜਾਣਿਆ ਜਾਂਦਾ ਹੈ, ਜਿਹੜੇ ਕਿ ਪੂਰੇ ਯੂਰਪ ਨੇ ਇਸ ਨੂੰ ਬਾਹਰ ਕੱਢਤਾ, ਲੇਕਿਨ ਪੰਜਾਬ ਨੇ ਇਸ ਨੂੰ ਅਪਣਾਇਆ, ਭੋਲੇ ਭਾਲੇ ਲੋਕਾਂ ਨੇ। ਤਾਂ ਪੰਜਾਬ ਦੇ ਲੋਕ ਪਹਿਲਾਂ ਕੀ ਕਰਦੇ ਆ, ਕਾਟਨ ਦੇ ਜਰੀਏ ਉੱਥੇ ਭੇਜਦੇ ਵੀ ਆ। ਉਹ ਦੂਸਰਾ ਇੱਕ ਇਹ ਸੀਗਾ ਕਿ ਇੱਥੋਂ ਜਿਹੜੇ ਖੇਤੀਬਾੜੀ ਮਾਹਰਾਂ ਨੂੰ ਹੈਵੀਲੀ ਫੰਡਿੰਗ ਵੀ ਹੁੰਦੀ ਸੀ ਇਹ ਪੈਸਟੀਸਾਈਡਸ ਕੰਪਨੀਆਂ ਦੁਆਰਾ, ਕਿ ਇਸ ਪ੍ਰੋਗਰਾਮ ਨੂੰ ਤੁਸੀਂ ਜਿੰਦਾ ਰੱਖੋ ਤਾਂ ਕਿ ਅਸੀਂ ਮੈਕਸਿਮਮ ਪੈਸਟੀਸਾਈਡ ਦਾ ਅਤੇ ਬਿਜ਼ਨਸ ਪੰਜਾਬ ਦੇ ਵਿੱਚ ਜਾਂ ਹਰਿਆਣਾ ਦੇ ਵਿੱਚ ਅਸੀਂ ਕਰ ਸਕੀਏ। ਦੋਸਤੋ, ਮੇਰੀ ਗੱਲ ਫਿਰ ਉੱਥੇ ਆਉਂਦੀ ਹੈ ਕਿ ਐਂਡੋਸਲਫਾਨ ਨੇ ਇੰਨਾ ਕਹਿਰ ਜਿਹਾ ਕੇਰਲਾ 'ਚ ਮਚਾਇਆ ਤੇ ਉਹ ਮਾਲਵੇ ਦੇ ਵਿੱਚ ਵੀ ਓਨਾ ਹੀ ਮਚਾਇਆ। ਜਿੱਥੇ ਕਾਟਨ ਬੈਲਟਸ ਨੇ ਉੱਥੇ ਤੁਸੀਂ ਜਾ ਕੇ ਦੇਖਿਓ, ਇੱਕ ਪਿੰਡ ਦੇ ਵਿੱਚ 15 ਤੋਂ 20 ਬੱਚੇ ਜਿਹੜੇ ਮੈਂਟਲੀ ਰਿਟਾਰਡਡ, ਉੱਥੇ 15 ਤੋਂ 20 ਜਿਹੜੇ ਲੋਕ ਹੋਣਗੇ ਉਹਨਾਂ ਨੂੰ ਦਿਮਾਗੀ ਦੌਰੇ ਜਾਂ ਕੈਂਸਰ ਜਾਂ ਜਿਹੜੀ ਕਿਡਨੀ ਫੇਲੀਅਰਸ, ਇਹ ਬਿਮਾਰੀਆਂ ਦਾ ਹੜ੍ਹ ਆਇਆ ਹੋਇਆ ਹੈ ਉੱਥੇ, ਡਾਇਬਟੀਜ਼, ਇਹ ਸਾਰੀਆਂ ਬਿਮਾਰੀਆਂ। ਕਈ ਪਿੰਡਾਂ 'ਚ ਜਾ ਕੇ ਤਾਂ ਇਹ ਲੱਗਦਾ ਵੀ ਕਿ ਇਹ ਪਿੰਡ ਹੁਣ ਖਤਮ ਹੋਣ ਵਾਲਾ ਹੈ। ਫਾਜ਼ਿਲਕਾ, ਅਬੋਹਰ, ਫਿਰੋਜ਼ਪੁਰ, ਜਲਾਲਾਬਾਦ ਦੇ ਪਿੰਡ ਜਿਹੜੇ ਹੈਗੇ ਨੇ ਜਿੱਥੇ ਕਾਟਨ ਦੀ ਬਹੁਤ ਜ਼ਿਆਦਾ ਉੱਥੇ ਵਰਤੋਂ ਕਾਟਨ ਦੀ ਬਹੁਤ ਜ਼ਿਆਦਾ ਉਪਜ ਹੁੰਦੀ ਹੈ, ਉੱਥੇ ਸਭ ਤੋਂ ਜ਼ਿਆਦਾ ਐਂਡੋਸਲਫਾਨ ਦਾ ਇਸਤੇਮਾਲ ਵੀ ਕੀਤਾ ਗਿਆ, ਔਰ ਸਬਜ਼ੀਆਂ ਦੇ ਉੱਤੇ ਵੀ ਐਂਡੋਸਲਫਾਨ ਦਾ ਇਸਤੇਮਾਲ ਕੀਤਾ ਗਿਆ। ਔਰ ਇਹ ਚੀਜ਼ਾਂ ਨੇ ਅਲਟੀਮੇਟਲੀ ਜਦੋਂ ਐਂਡੋਸਲਫਾਨ ਫੇਜ ਆਊਟ ਤਾਂ ਹੋ ਗਈ, ਇੱਥੋਂ ਕਰੋੜਾਂ ਦਾ ਬਿਜ਼ਨਸ ਤਾਂ ਉਹਨਾਂ ਨੇ ਕਮਾ ਲਿਆ, ਲੇਕਿਨ ਜੇ ਪੰਜਾਬ ਕੇਰਲਾ ਨੂੰ 500 ਕਰੋੜ ਰੁਪਇਆ ਉਹਨਾਂ ਵਿਕਟਮਸ ਨੂੰ ਮਿਲ ਸਕਦਾ, ਇੱਕ ਜ਼ਿਲ੍ਹੇ ਨੂੰ 500 ਕਰੋੜ, ਤਾਂ ਮਾਲਵਾ ਦੇ 13 ਜ਼ਿਲ੍ਹੇ ਨੇ, 13 ਚੋਂ 7 ਜ਼ਿਲ੍ਹੇ ਤਾਂ ਘੱਟੋ ਘੱਟ ਇਸ ਤਰ੍ਹਾਂ ਨੇ ਜਿਹੜੇ ਪਿਓਰ ਕਾਟਨ ਉਗਾਉਂਦੇ ਨੇ, ਤਾਂ ਉਹਨਾਂ ਨੇ ਐਂਡੋਸਲਫਾਨ ਦਾ ਐਕਸਟ੍ਰੀਮਲੀ ਯੂਜ਼ ਕੀਤਾ ਹੈ। ਹਰਿਆਣਾ ਦਾ ਵੀ ਇਸੇ ਤਰ੍ਹਾਂ ਹੀ ਹਾਲ ਹੈ, ਕੁਝ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਦਾ ਵੀ ਇਹੀ ਹਾਲ ਹੈ। ਉੱਥੋਂ ਦੇ ਬੱਚੇ ਜਿਹੜੇ ਮਰ ਰਹੇ, ਨਵਜੰਮੇ ਬੱਚੇ ਜਿਹੜੇ ਅਪਾਹਜ ਹੋ ਰਹੇ, ਬੱਚੇ ਇੱਕ ਨਵੀਂ ਬਿਮਾਰੀ ਪਣਪ ਰਹੀ ਹੈ, ਆਟਿਜ਼ਮ, ADHD, ਲਰਨਿੰਗ ਡਿਸੇਬਲ ਹੋ ਰਹੇ ਹੈ, ਛੋਟੇ ਛੋਟੇ ਬੱਚਿਆਂ ਦਾ ਗੁਰਦੇ ਫੇਲ ਹੋ ਰਹੇ ਆ, ਹਾਰਟ ਅਟੈਕਸ ਹੋ ਰਹੇ ਆ, ਸਭ ਕੁਝ ਹੋ ਰਿਹਾ, ਲੇਕਿਨ ਹੁਣ ਉਹਨਾਂ ਨੂੰ ਇੱਕ ਕੁਦਰਤ ਦੇ ਸਹਾਰੇ ਛੱਡਤਾ ਵੀ ਤੁਸੀਂ ਮਰੋ, ਤੁਸੀਂ ਮਰਦੇ ਤਾਂ ਮਰੋ, ਸਟੇਟ ਦੀ ਇਹਦੇ ਉੱਤੇ ਕੋਈ ਜ਼ਿੰਮੇਵਾਰੀ ਨਹੀਂ ਹੈ। ਸਟੇਟ ਦਾ ਸੋ ਕਾਲਡ ਇੱਕ ਜਿਹੜਾ ਆਯੁਸ਼ਮਾਨ ਕਾਰਡ ਹੈ ਉਹ ਸਿਰਫ ਇੱਕ ਦਿਨ ਦਾ 2000 ਰੁਪਏ ਖਰਚਾ ਦਿੰਦਾ, ਔਰ ਜਿੱਥੇ ਕਿ ਇੱਕ ਲੁਧਿਆਣੇ ਦੇ ਵਿੱਚ ਜਾ ਕੇ ਤੁਸੀਂ ਦੇਖੋ ਗੁਰਦੇ ਬਦਲਣ ਦਾ ਜਿਹੜਾ ਖਰਚਾ ਉਹ 8 ਤੋਂ 9 ਲੱਖ ਰੁਪਏ। ਮਾਂ ਗੁਰਦਾ ਵੀ ਦੇ ਦਿੰਦੀ ਹੈ, ਬੱਚਾ ਬਚਦਾ ਵੀ ਨਹੀਂ, ਘਰ ਵੀ ਵੇਚ ਦਿੰਦੀ ਹੈ, ਫਿਰ ਵੀ ਨਹੀਂ ਬੱਚਾ ਬਚਦਾ। ਬੱਚੇ ਮੈਂਟਲ ਹੋਏ ਪਏ ਆ, ਬੱਚੇ ਡਿਸੇਬਲਡ ਹੋਏ ਪਏ ਆ, ਔਰ ਉਹਨਾਂ ਦਾ ਕੋਈ ਸਾਰ ਨਹੀਂ ਲੈ ਰਿਹਾ। ਉਹ ਕਿੱਥੇ ਭੇਜਣ, ਕਿਹੜੇ ਸਕੂਲ 'ਚ ਭੇਜਣ? ਕੋਈ ਸਕੂਲ ਨਹੀਂ ਹੈ, ਕੋਈ ਆਰਫਨ ਹਾਊਸ ਨਹੀਂ ਹੈ। ਇਹ ਸਰਕਾਰ ਇਸ ਤੋਂ ਦੋਨੇ ਸਰਕਾਰਾਂ ਇਸ ਤੋਂ ਭੱਜੀਆਂ। ਸਰਕਾਰਾਂ ਦੇ ਜਿਹੜੀਆਂ ਭੱਜੀਆਂ ਘੱਟੋ ਘੱਟ ਉਸ ਕੰਪਨੀ ਤੇ ਸਰਕਾਰ ਨੂੰ ਚਾਹੀਦਾ ਸੀ ਕਿ ਉਸ ਕੰਪਨੀ ਨੂੰ ਪਕੜੇ, ਤੇ ਇਹਨਾਂ ਨੂੰ ਜਿਹੜਾ ਉਹਨਾਂ ਨੇ ਧੋਖੇ 'ਚ ਰੱਖ ਕੇ ਇੰਨੇ ਲੋਕਾਂ ਨੂੰ ਅਪਾਹਜ ਕੀਤਾ, ਇੰਨੇ ਲੋਕਾਂ ਨੂੰ ਮੈਂਟਲ ਕੀਤਾ, ਇੰਨੇ ਲੋਕਾਂ ਦੇ ਬੱਚੇ ਮਾਰੇ, ਇਹਨਾਂ ਦਾ ਘੱਟੋ ਘੱਟ ਰੀਮੇਡੀਅਨ ਰਿਲੀਫ ਪ੍ਰੋਗਰਾਮ ਪੰਜਾਬ ਦੇ ਇਹਨਾਂ ਜ਼ਿਲ੍ਹਿਆਂ ਨੂੰ ਵੀ ਮਿਲਣਾ ਚਾਹੀਦਾ ਸੀ, ਜਿਹੜਾ ਕਿ ਨਹੀਂ ਮਿਲਿਆ। ਕੇਰਲਾ ਦੇ ਵਿੱਚ ਇਹ 2017 ਤੋਂ ਚਾਲੂ ਹੈ, ਉੱਥੇ ਰਿਲੀਜ਼ ਹੋਣੇ ਸ਼ੁਰੂ ਹੋ ਗਏ ਨੇ ਫੰਡਸ, ਲੇਕਿਨ ਪੰਜਾਬ ਦੇ ਵਿੱਚ ਨਹੀਂ, ਹਰਿਆਣੇ ਦੇ ਵਿੱਚ ਨਹੀਂ, ਕਿਉਂਕਿ ਇੱਥੇ ਲੋਕਾਂ ਨੇ ਆਵਾਜ਼ ਨਹੀਂ ਉਠਾਈ। ਔਰ ਮੈਂ ਤਾਂ ਹੈਰਾਨ ਹੁੰਨਾ, ਇੱਕ ਸਾਡੇ ਅੱਜ ਕੱਲ੍ਹ ਲੋਕ ਅਧਿਕਾਰ ਲਹਿਰ ਸਮਥਿੰਗ ਜਿਹੜੀ ਉੱਠੀ, ਉਹਨਾਂ ਦੇ ਜਿਹੜੇ ਸਰਪ੍ਰਸਤ ਨੇ ਉਹ ਬੜੇ ਦਾਅਵਾ ਕਰਦੇ ਨੇ ਸਿਸਟਮ ਨੂੰ ਚੇਂਜ ਕਰਨ ਦਾ, ਸਭ ਕੁਝ ਕਰਨ ਦਾ, ਲੇਕਿਨ ਉਹਨਾਂ ਦੀ ਸਰਪ੍ਰਸਤੀ ਦੇ ਹੇਠਾਂ ਹੀ ਇਹ ਐਂਡੋਸਲਫਾਨ ਦਾ ਇਸਤੇਮਾਲ ਹੋਇਆ ਸੀ। ਇੰਨੇ ਬੱਚੇ ਮਰੇ ਸੀ, ਇੰਨੇ ਬੱਚੇ ਅਪਾਹਜ ਹੋਏ ਨੇ। ਅਗਰ ਕੇਰਲਾ 'ਚ ਇਹ ਫੈਕਟ ਹੈ ਤਾਂ ਪੰਜਾਬ 'ਚ ਇਹ ਮਾਲ ਸਾਹਿਬ, ਜੋਹਲ ਸਾਹਿਬ। ਸੋ ਇਸ ਕਰਕੇ ਇਹ ਉਹਨਾਂ ਦੀ ਸਰਪ੍ਰਸਤੀ 'ਚ ਹੀ ਹੋਇਆ ਸੀ, ਲੇਕਿਨ ਉਹਨਾਂ ਨੇ ਇਸ ਕੰਪਨੀ ਦੇ ਉੱਤੇ ਅਸੀਂ ਇੱਕ ਸ਼ਬਦ ਨਹੀਂ ਬੋਲਣਾ। ਕਿਸਾਨਾਂ ਦੇ ਪ੍ਰੋਟੈਸਟ 'ਤੇ ਬੋਲ ਸਕਦੇ ਹਾਂ ਅਸੀਂ, ਕਿਸਾਨਾਂ ਨੂੰ ਗਲਤ ਠਹਿਰਾ ਸਕਦੇ ਹਾਂ ਅਸੀਂ, ਲੇਕਿਨ ਕੰਪਨੀ ਨੇ ਕਿੰਨਾ ਕਹਿਰ ਮਚਾਇਆ, ਉਹ ਕਹਿਣਗੇ ਪੰਜਾਬ ਦੀ ਤਰੱਕੀ ਕੀਤੀ ਹੈ।
ਤਰੱਕੀ ਤਾਂ ਜਿਸ ਦੇ ਘਰੇ ਬੱਚਾ ਮੈਂਟਲ ਹੋ ਜਾਏਗਾ, ਜਿਸ ਦਾ ਬੱਚਾ ਕੈਂਸਰ ਨਾਲ ਸ਼ਿਕਾਰ ਹੋ ਜਾਏਗਾ, ਜਿਸ ਦੇ ਘਰੇ ਗੁਰਦਿਆਂ ਦੇ ਫੇਲ ਬੱਚੇ ਬੈਠੇ ਹੋਣਗੇ, ਜੋਹਲ ਸਾਹਿਬ, ਤਰੱਕੀ ਤਾਂ ਉਹਨਾਂ ਨੂੰ ਹੋਏਗੀ। ਇਹ ਥੋੜੀ ਸਰਪ੍ਰਸਤੀ 'ਚ ਹੋਇਆ ਸੀ। ਤੁਹਾਡੇ ਵਰਗੇ ਹੋਰ ਵੀ ਬਹੁਤ ਸਾਰੇ ਬਿਊਰੋਕਰੇਟ ਸੀ, ਹੋਰ ਵੀ ਤੁਹਾਡੇ ਵਰਗੇ ਬਹੁਤ ਸਾਰੇ ਇੱਥੋਂ ਦੇ ਸਾਇੰਟਿਸਟ ਸੀ, ਉਹਨਾਂ ਦੀ ਸਰਪ੍ਰਸਤੀ 'ਚ ਹੋਇਆ। ਚਲੋ ਹੋਇਆ, ਗਲਤੀ ਸੀ, ਤੁਹਾਨੂੰ ਧੋਖੇ 'ਚ ਰੱਖਿਆ, ਲੇਕਿਨ ਘੱਟੋ ਘੱਟ ਇਹਨਾਂ ਲੋਕਾਂ ਦੀ ਆਵਾਜ਼ ਤਾਂ ਬਣੋ। ਜੇ ਕੇਰਲਾ ਸਰਕਾਰ ਇਹਨਾਂ ਨੂੰ ਫੰਡ ਦੇ ਰਹੀ ਹੈ ਵਿਕਟਮਸ ਨੂੰ, ਤਾਂ ਪੰਜਾਬ ਦੇ ਵਿੱਚ ਤੁਹਾਡੀ ਸੋ ਕਾਲਡ ਲਹਿਰ ਜਿਹੜੀ ਹੈਗੀ ਹੈ, ਉਹਨਾਂ ਦਾ ਫਰਜ਼ ਬਣਦਾ ਕਿ ਡਾਟਾ ਫੈਕਟ ਇਕੱਠੇ ਕਰਕੇ ਪੰਜਾਬ ਸਰਕਾਰ ਨੂੰ ਦੇਵੇ, ਤੇ ਘੱਟੋ ਘੱਟ ਉਹ ਕੰਪਨੀ ਤੇ ਕਲੇਮ ਕਰੇ ਕਿ ਇਹਨਾਂ ਨੂੰ ਇੰਨਾ ਫੰਡ ਦਿਓ ਤਾਂ ਕਿ ਬਚ ਸਕਣ। ਅੱਜ ਵੀ ਪੰਜਾਬ ਦੇ ਵਿੱਚ ਰਾਉਂਡ ਅਪ ਜਾਰੀ ਹੈ, ਜਿਹੜੀ ਕਿ ਪੂਰੀ ਦੁਨੀਆ 'ਚ ਬੈਨ ਹੈ। ਮੋਨੋਕ੍ਰੋਟੋਫਾਸ ਅੱਜ ਵੀ ਜਾਰੀ ਹੈ, ਜਿਹੜੀ ਕਿਤੇ 2-3 ਵਾਰ ਬੈਨ ਲੱਗ ਚੁੱਕਿਆ। ਅੱਜ ਵੀ ਫੋਰਟ ਬੈਨ ਹੋਣ ਦੇ ਬਾਵਜੂਦ ਚਾਲੂ ਹੈ, ਮਿਲ ਰਹੀ ਹੈ, ਔਰ ਸਾਰੇ ਖੇਤੀਬਾੜੀ ਅਧਿਕਾਰੀਆਂ ਦੀ ਸਰਪ੍ਰਸਤੀ ਉਹਨਾਂ ਦੀ ਨਿਗਾਹ ਹੇਠ ਹੈ। ਇਹ ਕੋਈ ਮੈਂ ਇਕੱਲਾ ਨਹੀਂ ਕਹਿ ਰਿਹਾ, ਸਾਰਾ ਪੰਜਾਬ ਚੀਕ ਚੀਕ ਕੇ ਕਹਿ ਰਿਹਾ। ਅਬੋਹਰ, ਪੰਜਾਬ ਦਾ ਅਬੋਹਰ ਇੱਕ ਛੋਟਾ ਜਿਹਾ ਸ਼ਹਿਰ ਹੈ ਬਾਰਡਰ ਤੇ, ਉੱਥੇ ਕਰਿਆਨੇ ਦੀ ਦੁਕਾਨਾਂ ਘੱਟ ਨੇ, ਪੈਸਟੀਸਾਈਡ ਦੀਆਂ ਜ਼ਿਆਦਾ ਨੇ। ਉੱਥੇ ਪੈਸਟੀਸਾਈਡ ਦੀਆਂ ਜ਼ਿਆਦਾ ਨੇ, ਪਿੰਡ ਦੇ ਵਿੱਚ ਪੈਸਟੀਸਾਈਡ ਦੀ ਦੁਕਾਨ ਹੈ। ਉੱਥੇ ਮੈਡੀਕਲ ਦੀ ਦੁਕਾਨਾਂ ਘੱਟ ਨੇ, ਔਰ ਇਕੱਲੀ ਪੈਸਟੀਸਾਈਡਸ ਨਹੀਂ ਹੈ, ਉੱਥੇ ਬੱਚੇ ਵੀ ਮੈਂਟਲ ਹੋਣੇ ਨੇ। ਇੱਕ ਪਿੰਡ ਦੇ ਵਿੱਚ 25-25, 30-30 ਬੱਚੇ ਨੇ ਜਿਹੜੇ ਸ਼ਿਕਾਰ ਹੋ ਰਹੇ ਨੇ। ਇੱਕ ਪਿੰਡ 'ਚ 30-30 ਬੱਚੇ ਅਗਰ ਮੈਂਟਲ ਹੋਣ ਤਾਂ ਜੋਹਲ ਸਾਹਿਬ, ਇਹ ਕੁਦਰਤ ਦਾ ਵਤਾਰਾ ਨਹੀਂ ਕਿਹਾ ਜਾ ਸਕਦਾ। ਤੁਹਾਡੇ ਸਮੇਂ 'ਚ ਕੋਈ ਬੱਚਾ ਮੈਂਟਲ ਨਹੀਂ ਹੁੰਦਾ ਸੀ। ਇਹ ਪੈਸਟੀਸਾਈਡਸ ਦਾ ਉਹਨਾਂ ਦਾ ਵਰਤਾਰਾ ਸੀ। ਚਲੋ ਤੁਹਾਨੂੰ ਨਹੀਂ ਪਤਾ ਸੀ, ਲੋੜ ਸੀ ਪੰਜਾਬ ਨੂੰ, ਪਰ ਜੇ ਇਹਦਾ ਕੰਪਨੀ ਨੇ ਬਿਜ਼ਨਸ ਕਮਾਇਆ ਹੈ, ਕਰੋੜਾਂ ਰੁਪਏ ਕਮਾਏ ਹੈ, ਅਰਬਾਂ ਰੁਪਏ ਕਮਾਏ ਹੈ, ਤਾਂ ਇੰਨਾ ਫੰਡ ਤਾਂ ਵੈਸੇ ਫਾਊਂਡੇਸ਼ਨਸ ਰੱਖਦੀਆਂ ਨੇ ਕਿ ਵੈਲਫੇਅਰ ਫੰਡ ਰੱਖਦੀਆਂ ਨੇ ਹਰ ਇੱਕ ਕੰਪਨੀ, ਜਿਵੇਂ ਟਾਟਾ ਫਾਊਂਡੇਸ਼ਨ ਹੋ ਗਿਆ, ਰਿਲਾਇੰਸ ਫਾਊਂਡੇਸ਼ਨਸ ਹੋ ਗਈਆਂ। ਇਹ ਲੋਕਾਂ ਨੂੰ ਲੁੱਟ ਕੇ ਵੀ ਫਿਰ ਵੀ 10% ਉਹਨਾਂ ਨੂੰ ਵਾਪਸ ਦੇ ਦਿੰਦੀਆਂ ਵੀ ਚਲੋ ਤੁਹਾਡੇ ਅਸੀਂ ਭਲਾਈ ਦਾ ਕੰਮ ਕਰਦੇ ਹਾਂ। ਇਹ ਤਾਂ ਕੰਮ ਕੀਤਾ, ਬਿਜ਼ਨਸ ਕੀਤਾ, ਤੇ ਬੋਰੀਆ ਬਿਸਤਰਾ ਲਪੇਟ ਕੇ ਚਲੋ ਬਾਹਰ। ਸਾਨੂੰ ਇਸ ਤਰ੍ਹਾਂ ਤਰੱਕੀ ਨਹੀਂ ਚਾਹੀਦੀ ਸੀ। ਸ਼ਾਇਦ ਸਾਰੇ ਪੰਜਾਬੀ ਮੇਰੇ ਇਸ ਗੱਲ ਨਾਲ ਸਹਿਮਤ ਹੋਣ ਜਾਂ ਨਾ ਹੋਣ, ਪਰ ਮੈਂ ਹਮੇਸ਼ਾ ਆਵਾਜ਼ ਉਠਾਉਂਦਾ ਰਹਾਂਗਾ। ਉਦੋਂ ਤੱਕ ਆਵਾਜ਼ ਉਠਾਉਂਦਾ ਰਹਾਂਗਾ ਜਦੋਂ ਤੱਕ ਉਹਨਾਂ ਪੀੜਤਾਂ ਨੂੰ, ਉਹਨਾਂ ਅਪਹਾਜਾਂ ਨੂੰ, ਉਹਨਾਂ ਮਾਵਾਂ ਨੂੰ ਜਿਨ੍ਹਾਂ ਨੇ ਪੁੱਤ ਗਵਾ ਲਏ, ਉਹਨਾਂ ਮਾਵਾਂ ਨੂੰ ਜਿਨ੍ਹਾਂ ਦੇ ਬੱਚੇ ਉਹਨਾਂ ਹੱਥਾਂ 'ਚ ਮੈਂਟਲ ਨੇ, ਅਪਹਾਜ ਨੇ, ਉਹ ਅੱਜ ਵੀ ਤੁਹਾਡੇ ਤੋਂ ਸਵਾਲ ਪੁੱਛ ਰਹੀਆਂ ਨੇ। ਚਲੋ ਸਾਨੂੰ ਇਹ ਤਾਂ ਦੱਸ ਦਿਓ ਕਿਉਂ ਹੋਏ ਨੇ, ਪਹਿਲਾਂ ਤਾਂ ਨਹੀਂ ਹੋਏ ਸੀ, ਹੁਣ ਕਿਉਂ ਹੋਏ ਨੇ, ਕਾਰਨ ਤਾਂ ਦੱਸ ਦਿਓ, ਅਸੀਂ ਉਹਦੇ ਬੂਹੇ ਥੱਲੇ ਜਾ ਕੇ ਬਹਿ ਜਾਈਏ। ਇਹ ਬਿੱਲੀ ਦੇਖ ਕੇ ਕਬੂਤਰ ਅੱਖਾਂ ਮੀਚੇ, ਕਬੂਤਰ ਤਾਂ ਮੀਚੇ ਜਿਹੜਾ ਮੀਚੇ, ਪਰ ਬੰਦਾ ਜੇ ਮੀਚੇ ਫਿਰ ਉਹ ਬੰਦਾ ਨਾ ਹੋਵੇ, ਉਹ ਪਸ਼ੂ ਹੋਵੇ। ਸੋ ਜਿੰਨੇ ਵੀ ਪੰਜਾਬੀ ਇਸ ਵੀਡੀਓ ਨੂੰ ਅੱਜ ਦੇਖ ਰਹੇ ਨੇ, ਉਹ ਦੇਖਣ ਨਾ ਕੱਲਾ, ਇਸ ਨੂੰ ਵੱਧ ਤੋਂ ਵੱਧ ਪਹੁੰਚਾਉਣ ਲੋਕਾਂ ਤੱਕ, ਉਹਨਾਂ ਬਿਊਰੋਕਰੇਟਸ ਤੱਕ, ਉਹ ਸੋ ਕਾਲਡ ਸਾਇੰਟਿਸਟਾਂ ਤੱਕ, ਉਹ ਵਾਈਸ ਚਾਂਸਲਰਾਂ ਤੱਕ ਜਿਹੜੇ ਐਗਰੀਕਲਚਰ ਦੇ ਰਹੇ ਨੇ। ਉਹ ਇਸ ਪਾਪ ਦੇ ਬਰਾਬਰ ਦੇ ਭਾਗੀਦਾਰ ਨੇ। ਉਹਨਾਂ ਤੋਂ ਚੀਕ ਚੀਕ ਕੇ ਅਸੀਂ ਸਵਾਲ ਪੁੱਛਦੇ ਰਹਾਂਗੇ ਕਿ ਇਹ ਕਦੋਂ ਤੱਕ ਤੁਸੀਂ ਬਲੇਮਗਿਰੀ ਇੱਕ ਦੂਜੇ ਦੇ ਬਲੇਮ ਸਿੱਟਦੇ ਰਹੋਗੇ। ਸੋ ਇਹ ਵਰਤਾਰਾ ਆਮ ਨਹੀਂ ਸੀ। ਇਹ ਪੰਜਾਬ ਤੇ ਹਰਿਆਣਾ ਨਾਲ ਹਮੇਸ਼ਾ ਹੀ ਅਲੱਗ ਤੋਂ ਵਿਵਹਾਰ ਕਿਉਂ ਕੀਤਾ ਗਿਆ? ਤੁਸੀਂ ਕਿਉਂ ਨਹੀਂ ਇੱਕ ਵਾਰੀ ਇਹ ਰਿਕਮੈਂਡੇਸ਼ਨ ਦਿੱਤੀ ਕਿ ਕੇਰਲਾ ਨੂੰ ਅਗਰ 500 ਕਰੋੜ ਰੁਪਏ ਇੱਕ ਜ਼ਿਲ੍ਹੇ ਨੂੰ ਮਿਲ ਸਕਦਾ ਹੈ 5000 ਵਿਕਟਮਸ ਦੁਆਰਾ, ਤੇ ਇੱਥੇ ਦੇ ਕਰੀਬਨ 1 ਲੱਖ ਦੇ ਆਸ-ਪਾਸ ਲੋਕ ਵਿਕਟਮ ਹੋਣਗੇ। ਉਹਨਾਂ ਨੂੰ ਰਿਲੀਫ ਰੀਮੇਡੀਇੰਗ ਪ੍ਰੋਗਰਾਮ ਕਿਉਂ ਨਹੀਂ ਉਹਨਾਂ ਵਾਸਤੇ ਚੱਲਿਆ? ਕਿਉਂ ਨਹੀਂ ਕੋਈ ਡਾਟਾ ਬਣ ਰਿਹਾ? ਕੋਈ ਨਹੀਂ ਰਿਕਾਰਡ ਬਣ ਰਿਹਾ? ਸੋ ਦੋਸਤੋ, ਇਸ ਵੀਡੀਓ ਨੂੰ ਤੁਸੀਂ, ਮੈਂ ਉਮੀਦ ਇੰਨੀ ਕੁ ਤੁਹਾਡੇ ਤੋਂ ਉਮੀਦ ਰੱਖਦਾ ਹਾਂ ਕਿ ਇਸ ਵੀਡੀਓ ਨੂੰ ਆਮ ਲੋਕਾਂ ਤੱਕ ਪਹੁੰਚਾਓਗੇ ਤੁਸੀਂ। ਸ਼ੁਕਰੀਆ।